ਦੀ ਗੱਲ ਸੁਣਨ ਦੇ ਵਿੱਚ ਜਿੰਨੀ ਜੋਸ਼ੀਲੀ ਹੈ ਉਨਾ ਹੀ ਔਖਾ ਹੈ ਹਥਿਆਰ ਰੱਖਣ ਦਾ ਲਾਇਸੈਂਸ ਹਾਸਲ ਕਰਨਾ ਤੇ ਹਥਿਆਰ ਰੱਖਣਾ। ਸਾਡੇ ਸਹਿਯੋਗੀ ਮਨੋਜ ਰਾਠੀ ਦੀ ਇਹ ਰਿਪੋਰਟ ਵੇਖੋ। ਹਥਿਆਰਾਂ ਦੇ ਸ਼ੋਰੂਮ ਵਿੱਚ ਰੱਖੀਆਂ ਬੰਦੂਕਾਂ ਨੂੰ ਦੇਖ ਕੇ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਆਪਣੇ ਘਰਾਂ ਵਿੱਚ ਇਹਨਾਂ ਹਥਿਆਰਾਂ ਨੂੰ ਰੱਖਣਾ ਬੜਾ ਸੌਖਾ ਹੈ ਤਾਂ ਥੋੜਾ ਠਹਿਰੋ। ਹਥਿਆਰਾਂ ਦੇ ਲਈ ਲਾਇਸੈਂਸ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਸਮਝੀਏ ਤਾਂ ਸਭ ਤੋਂ ਪਹਿਲਾਂ ਡੀਸੀ ਦਫ਼ਤਰ ਦੇ ਵਿੱਚ ਅਰਜ਼ੀ ਦਿੱਤੀ ਜਾਂਦੀ ਹੈ। ਇੱਥੋਂ ਐਸਐਸਪੀ ਦਫ਼ਤਰ ਨੂੰ ਇਹ ਅਰਜ਼ੀ ਭੇਜੀ ਜਾਂਦੀ ਹੈ। ਐਸਐਸਪੀ ਇਹ ਅਰਜ਼ੀ ਡੀਐਸਪੀ ਨੂੰ ਮਾਰਕ ਕਰਦਾ ਹੈ ਤੇ ਡੀਐਸਪੀ ਤੁਹਾਡੇ ਇਲਾਕੇ ਦੇ ਐਸਐਚਓ ਨੂੰ ਭੇਜਦਾ ਹੈ। ਐਸਐਚਓ ਵੈਰੀਫਿਕੇਸ਼ਨ ਕਰਕੇ ਮੁੜ ਐਸਐਸਪੀ ਨੂੰ ਇਹ ਅਰਜ਼ੀ ਭੇਜਦਾ ਹੈ। ਐਸਐਸਪੀ ਦੇ ਕੋਲੋਂ ਫਾਈਲ ਡੀਸੀ ਦਫ਼ਤਰ ਨੂੰ ਜਾਂਦੀ ਹੈ ਤੇ ਫਿਰ ਡੀਸੀ ਤੇ ਨਿਰਭਰ ਕਰਦਾ ਹੈ ਕਿ ਲਾਇਸੈਂਸ ਦੇਣਾ ਵੀ ਹੈ ਜਾਂ ਨਹੀਂ। ਪਹਿਲਾਂ 3 ਸਾਲਾਂ ਦੇ ਲਈ ਲਾਇਸੈਂਸ ਮਿਲਦਾ ਸੀ ਤੇ ਹੁਣ ਇਹ ਮਿਆਦ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ। ਪ੍ਰਾਇਮਰੀ ਲਾਇਸੈਂਸ ਜ਼ਿਲ੍ਹਾ ਪੱਧਰ ਦੇ ਲਈ ਦਿੱਤਾ ਜਾਂਦਾ ਹੈ ਜਦਕਿ ਡੀਸੀ ਦੀ ਸਿਫਾਰਿਸ਼ ਤੇ ਹੀ ਇਸ ਦੇ ਦਾਇਰੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਵਾਧਾ ਕੀਤੇ ਜਾਣ ਤੇ ਸੂਬਾ ਪੱਧਰੀ ਜਾਂ ਕੌਮੀ ਪੱਧਰ ਦਾ ਲਾਇਸੈਂਸ ਕੇਂਦਰੀ ਗ੍ਰਹਿ ਮੰਤਰਾਲਾ ਹੀ ਜਾਰੀ ਕਰਦਾ ਹੈ। ਜੇਕਰ ਇੱਕ ਵਾਰੀ ਇਹ ਲਾਇਸੈਂਸ ਮਿਲ ਵੀ ਜਾਵੇ ਤਾਂ ਵੀ ਸਿੱਧੇ ਹਥਿਆਰਾਂ ਦੇ ਸ਼ੋਰੂਮ ਤੋਂ ਤੁਹਾਨੂੰ ਹਥਿਆਰ ਨਹੀਂ ਮਿਲਣਗੇ। ਸ਼ੋਰੂਮ ਦੇ ਮਾਲਕ ਵੀ ਬਕਾਇਦਾ ਲਾਇਸੈਂਸ ਵਾਲੇ ਸ਼ਖਸ ਨੂੰ ਵੈਰੀਫਾਈ ਕਰਦੇ ਨੇ। सर आजकल सेंट्रल गवर्नमेंट ने एक नडाल दी साइट बनाती है ऑनलाइन वेरिफिकेशन ਲਈ ਸੋ ਉੱਤੇ ਯੂਐਨ ਨੰਬਰ ਹਰੇਕ ਪਾਰਟਿਕੂਲਰ ਲਾਇਸੈਂਸ ਦਾ ਇੱਕ ਯੂਨੀਕ ਨੰਬਰ ਹੈਗਾ ਉਸ ਤੇ ਆਪਾਂ ਵੈਰੀਫਾਈ ਕਰ ਸਕਦੇ ਹਾਂ। ਪਰ ਮਸਲਾ ਸਿਰਫ ਇੱਥੇ ਤੱਕ ਹੀ ਨਹੀਂ, ਹਥਿਆਰਾਂ ਦਾ ਲਾਇਸੈਂਸ ਵੀ ਬਣ ਗਿਆ। ਲਾਇਸੈਂਸ ਲੈ ਕੇ ਤੁਸੀਂ ਸ਼ੋਰੂਮ ਵੀ ਚਲੇ ਗਏ ਪਰ ਹਥਿਆਰਾਂ ਦੀ ਕੀਮਤ ਅਤੇ ਹਥਿਆਰ ਵਿੱਚ ਇਸਤੇਮਾਲ ਹੋਣ ਵਾਲੇ ਕਾਰਤੂਸਾਂ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਫਾਖਤਾ ਹੋ ਸਕਦੇ ਨੇ। ਮਿਨੀਮਮ ਸਰ ਰਿਵਾਲਵਰ ਅਰਾਊਂਡ 90000 ਤੋਂ ਸਟਾਰਟ ਹੈ ਜੀ। 90000 ਜੇ ਦੁਨਾਲੀ ਦੀ ਅਸੀਂ ਗੱਲ ਕਰ ਲਈ ਦਨਾਲੀ ਸਰ ਅੱਜ ਕੱਲ ਆਊਟ ਆਫ ਟ੍ਰੈਂਡ ਹੋ ਗਈ ਹੈ, ਕੋਈ ਜ਼ਿਆਦਾ ਵੈਲਿਊ ਨਹੀਂ ਰਹੀ। ਅਪਰੋਕਸੀਮੇਟ 15000 ਤੋਂ ਸਟਾਰਟ ਹੋ ਜਾਂਦੀ ਹੈ। 15000 ਤੋਂ ਸਟਾਰਟ ਹੁੰਦੀ ਹੈ। ਕਾਰਟੇਜ ਸਰ ਤਕਰੀਬਨ 0.22 ਦਾ ਅਰਾਊਂਡ 25 ਰੁਪਏ ਤੋਂ ਸਟਾਰਟ ਹੋ ਜਾਂਦਾ ਇੰਪੋਰਟਡ ਕਾਰਟੇਜ। ਠੀਕ ਹੈ। ਤੇ ਆਰਡੀਨੈਂਸ ਦਾ ਅਰਾਊਂਡ 60-70 ਰੁਪਏ ਤੋਂ ਕਾਰਟੇਜ ਸਟਾਰਟ ਹੋ ਜਾਂਦਾ ਜੀ। ਤੇ ਇਸ ਹਿਸਾਬ ਨਾਲ ਇੰਪੋਰਟਡ ਕਾਰਟੇਜ ਆਉਂਦੇ ਨੇ, ਕੋਈ 200-300 ਦੀ ਰੇਂਜ 3006 ਰਾਈਫਲ ਦੇ ਨੇ, ਅਲੱਗ-ਅਲੱਗ ਕੈਟਾਗਰੀ ਦੇ ਕਾਰਟੇਜ ਨੇ। ਸੋ ਸੁਣਿਆ ਤੁਸੀਂ, ਹਥਿਆਰ ਖਰੀਦਣਾ ਤੇ ਰੱਖਣਾ ਉਨਾ ਸੌਖਾ ਨਹੀਂ ਜਿੰਨਾ ਤੁਸੀਂ ਸੋਚ ਰਹੇ ਹੋ। ਲਾਇਸੈਂਸ ਹਾਸਲ ਕਰਨ ਤੋਂ ਵੱਖ ਹਥਿਆਰਾਂ ਨੂੰ ਰੱਖਣ ਦਾ ਖਰਚਾ ਆਪਣੇ ਆਪ ਵਿੱਚ ਇੰਨਾ ਜ਼ਿਆਦਾ ਹੈ ਕਿ ਆਮ ਲੋਕ ਹਥਿਆਰ ਰੱਖਣਾ ਤਾਂ ਦੂਰ ਇਸ ਬਾਰੇ ਸੋਚਣ ਵੀ ਨਾ। ਮੋਹਾਲੀ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਤੇ ਇਸ ਦੇ ਲਈ ਪੰਥਕ ਪਾਰਟੀਆਂ ਦਾ ਸਹਿਯੋਗ ਲੈਣਗੇ। ਸਿਮਰਨਜੀਤ ਸਿੰਘ ਮਾਨ ਨੇ ਨਿਊਜ਼ 18 ਪੰਜਾਬ ਤੇ ਬਿਆਨ ਦਿੱਤਾ ਹੈ, ਕਿਹਾ ਹੈ ਕਿ ਸਾਰੀਆਂ ਪੰਥਕ ਪਾਰਟੀਆਂ ਤੋਂ ਸਹਿਯੋਗ ਮੰਗਾਂਗੇ, ਅਕਾਲੀ ਦਲ ਸੰਯੁਕਤ ਤੋਂ ਵੀ ਸਹਿਯੋਗ ਮੰਗਾਂਗੇ। ਸੰਗਰੂਰ ਦੇ ਵਿੱਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ। ਸਾਡੇ ਸਹਿਯੋਗੀ ਅਮਨ ਭਾਰਦਵਾਜ ਨੇ ਸਿਮਰਨਜੀਤ ਸਿੰਘ ਮਾਨ ਨਾਲ ਖਾਸ ਗੱਲਬਾਤ ਕੀਤੀ ਹੈ। ਵੇਖੋ ਇਹ ਰਿਪੋਰਟ। ਇਹ ਸਾਡੀ ਪਾਰਟੀ ਨੇ ਅੱਜ ਸਟੇਟਮੈਂਟ ਦਿੱਤੀ ਹੈ ਜੀ, ਤੇ ਜੇ ਸਟੇਟਮੈਂਟ ਦਿੱਤੀ ਹੈ ਮੈਂ ਪਾਰਟੀ ਦਾ ਹੁਕਮ ਤਾਂ ਮੈਨੂੰ ਮੰਨਣਾ ਹੀ ਪਊਗਾ ਨਾ। ਮੈਂ ਸਮਝਦਾ ਕਿ ਅਕਾਲੀ ਕੈਂਡੀਡੇਟ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੀਦਾ ਪੰਥਕ, ਕਿਉਂ ਕਰਕੇ ਪਿਛਲੀ ਵਾਰੀ ਬਹੁਤ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਭੇਜੀ ਹੈ ਜੀ, ਤੇ ਹੁਣ ਅਗਲਾ ਵੀ ਆਮ ਪਾਰਟੀ ਦਾ ਰਾਜ ਸਭਾ ਦੇ ਵਿੱਚ ਜਾ ਰਿਹਾ ਹੈ ਜੀ, ਤੇ ਪੰਥ ਵੱਲੋਂ ਕਲੈਕਟਿਵਲੀ ਇੱਕ ਕੈਂਡੀਡੇਟ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਚਾਹੀਦਾ ਹੈ। ਜਿਹੜੇ ਇਸ਼ੂਜ਼ ਹੈਗੇ ਆ ਪੰਥ ਦੇ ਪੰਜਾਬ ਦੇ ਜੀ, ਉਹ ਪਾਰਲੀਮੈਂਟ ਦੇ ਵਿੱਚ ਗੂੰਜਣੇ ਚਾਹੀਦੇ ਹੈ, ਜੋ ਕਿ ਸਾਨੂੰ 1984 ਤੋਂ ਬਾਅਦ ਸਾਨੂੰ ਇਨਸਾਫ ਨਹੀਂ ਮਿਲਿਆ ਹੈ। ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਨੂੰ, ਜਿਵੇਂ ਅਕਾਲੀ ਦਲ ਹੈ, ਅਕਾਲੀ ਦਲ ਸੰਯੁਕਤ ਐਸਾ ਵੀ ਅਕਾਲੀ ਦਲ ਨੂੰ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ? ਮੈਂ ਤਾਂ ਸਾਰਿਆਂ ਦੀ ਸਪੋਰਟ ਲਊਂਗਾ ਅਮਨ ਜੀ। ਹੁਣ ਬਗੈਰ ਮੰਗਣ ਤੋਂ ਤਾਂ ਕੋਈ ਦਿੰਦਾ ਨਹੀਂ ਹੁੰਦਾ। ਜਿਹੜਾ ਮੰਗਤਾ ਹੁੰਦਾ ਹੈ ਉਹ ਤੁਹਾਡੀ ਕਾਰ ਕੋਲ ਜਾ ਕੇ ਹੱਥ ਫੈਲਾ ਦਿੰਦਾ ਹੈ, ਤੇ ਸਾਰਿਆਂ ਤੋਂ ਮੈਨੂੰ ਤਾਂ ਹੈਲਪ ਮੰਗਣੀ ਪਊਗੀ। ਉਧਰ ਰੋਪੜ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਬਲਬੀਰ ਨੂੰ ਝਟਕਾ ਦਿੱਤਾ ਹੈ। ਜ਼ਮੀਨੀ ਵਿਵਾਦ ਦੇ ਮਾਮਲੇ ਦੇ ਵਿੱਚ ਵਿਧਾਇਕ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਡਾਕਟਰ ਬਲਬੀਰ ਨੇ ਇਸ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਸੈਸ਼ਨ ਕੋਰਟ ਦੇ ਵਿੱਚ ਸਜ਼ਾ ਵਾਲੇ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਪਟਿਆਲਾ ਦਿਹਾਤੀ ਤੋਂ ਆਪ ਵਿਧਾਇਕ ਡਾਕਟਰ ਬਲਬੀਰ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਰੋਪੜ ਦੀ ਅਦਾਲਤ ਨੇ ਵਿਧਾਇਕ ਨੂੰ ਵੱਡਾ ਝਟਕਾ ਦਿੱਤਾ ਹੈ।
2011 ਦੇ ਕੁੱਟਮਾਰ ਦੇ ਮਾਮਲੇ 'ਚ ਅਦਾਲਤ ਨੇ ਡਾਕਟਰ ਬਲਬੀਰ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਉੱਥੇ ਵਿਧਾਇਕ ਦੀ ਪਤਨੀ ਤੇ ਬੇਟੇ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਮੌਕੇ ਤੇ ਵਿਧਾਇਕ ਵੱਲੋਂ ਜ਼ਮਾਨਤ ਭਰੀ ਗਈ ਤੇ ਅਦਾਲਤ ਨੇ ਵਿਧਾਇਕ ਬਲਬੀਰ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ। ਇੱਕ ਮਾਰ ਕਟਾਈ ਦਾ ਮੁਕੱਦਮਾ ਜਿਸ ਵਿੱਚ ਇੱਕ ਪਾਸਿਓਂ ਪਰਮਜੀਤ ਕੌਰ ਤੇ ਉਹਨਾਂ ਦੇ ਪਤੀ ਸਰਦਾਰ ਮੇਵਾ ਸਿੰਘ ਵਿੰਗ ਕਮਾਂਡਰ ਦੋਸ਼ੀ ਸਨ, ਦੂਸਰੇ ਪਾਸੇ ਡਾਕਟਰ ਬਲਬੀਰ ਸਿੰਘ ਐਮਐਲਏ ਸਾਹਿਬ ਔਰ ਉਹਨਾਂ ਦੀ ਪਤਨੀ ਬੀਬੀ ਰੁਪਿੰਦਰਜੀਤ ਕੌਰ ਸੈਣੀ ਤੇ ਉਹਨਾਂ ਦਾ ਪੁੱਤਰ ਰਾਹੁਲ ਤੇ ਇੱਕ ਹੋਰ ਬੰਦਾ ਪਰਮਿੰਦਰ ਸਿੰਘ ਦੋਸ਼ੀ ਸਨ। ਪਰਮਜੀਤ ਕੌਰ ਮੇਵਾ ਸਿੰਘ ਨੂੰ ਮਾਨਯੋਗ ਅਦਾਲਤ ਨੇ ਤੱਥਾਂ ਦੀ ਬਿਨਾਂ ਤੇ ਬਰੀ ਕਰ ਦਿੱਤਾ ਤੇ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਬਾਕੀ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਦੇ ਦਿੱਤੀ। ਉਧਰ ਡਾਕਟਰ ਬਲਬੀਰ ਨੇ ਇਸ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਸੈਸ਼ਨ ਕੋਰਟ ਦੇ ਵਿੱਚ ਜਾਣ ਦੀ ਗੱਲ ਕਹੀ ਹੈ। ਦੇਖੋ ਪੋਲੀਟੀਕਲੀ ਮੋਟੀਵੇਟਡ ਇਸ ਤਰ੍ਹਾਂ ਸੀਗਾ ਵੀ ਇਹਨਾਂ ਦੇ ਇੱਕ ਤਾਂ ਜਿਹੜੇ ਮਤਲਬ ਰਿਸ਼ਤੇਦਾਰ ਸੀਗੇ, ਅਸੀਂ ਉਹ ਵਾਲਾ ਟਾਈਮ ਸੀ ਜਦੋਂ ਅਸੀਂ ਪੋਲੀਟੀਕਲ ਜਿੰਨੀਆਂ ਵੀ ਫੋਰਸਸ ਸੀਗੀਆਂ ਉਹਨਾਂ ਨੂੰ ਚੈਲੰਜ ਕਰਨਾ ਮਤਲਬ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਅਸੀਂ ਪਹਿਲਾਂ ਜਿਹੜੇ ਬਹੁਤ ਹੀ ਇੰਪੋਰਟੈਂਟ ਕਾਂਗਰਸ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਹਰਾਇਆ। ਇਸ ਵਾਰੀ ਮੈਂ ਜਿਹੜਾ ਇੱਕ ਸਿਟਿੰਗ ਮੰਤਰੀ ਸੀ ਉਹਦੇ ਬੇਟੇ ਨੂੰ ਹਰਾਇਆ। ਕੈਪਟਨ ਸਾਹਿਬ ਇਲੈਕਸ਼ਨ ਆ ਰਿਹਾ, ਸੋ ਜਿਹੜਾ ਵੀ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੈ ਉਹਨੂੰ ਜਿਸ ਤਰ੍ਹਾਂ ਵੀ ਮਤਲਬ ਦਿੱਲੀ 'ਚ ਸਾਡੇ ਐਮਐਲਏਸ ਤੇ ਕਿੰਨੇ ਕੇਸ ਹੋਇਆ, ਸੋ ਸਾਨੂੰ ਉੱਥੇ ਵੀ ਐਮਐਲਏ ਨੂੰ ਇਨਸਾਫ ਮਿਲਿਆ, ਮੈਨੂੰ ਵੀ ਇਨਸਾਫ ਮਿਲੇਗਾ। ਅਸੀਂ ਜਿਹੜੀਆਂ ਸਾਡੇ ਕੋਲ ਹਾਇਰ ਕੋਰਟਸ ਹੈਗੀਆਂ ਅਸੀਂ ਆਪਣਾ ਜਿਹੜੀਆਂ ਜੁਡੀਸ਼ੀਅਲ ਰੈਮਡੀਜ਼ ਅਵੇਲ ਕਰਾਂਗੇ। ਪੂਰਾ ਮਾਮਲਾ ਹੈ ਕਿ ਤੁਹਾਨੂੰ ਇਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਪੂਰਾ ਵਿਵਾਦ ਭੈਣ ਭਰਾਵਾਂ ਦੇ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ ਹੈ। ਮਾਮਲਾ ਚਮਕੌਰ ਸਾਹਿਬ ਦੇ ਟਿੱਪਰਾ ਦਿਆਲ ਸਿੰਘ ਵਾਲਾ ਪਿੰਡ ਦਾ ਹੈ। ਦਰਅਸਲ ਵਿਧਾਇਕ ਦੀ ਪਤਨੀ ਤੇ ਸਾਲੀ ਦੇ ਵਿਚਕਾਰ ਝਗੜਾ ਹੈ। 109 ਵਿਗੇ ਜ਼ਮੀਨ ਜਿਸ ਦੀ ਵੰਡ ਹੋ ਚੁੱਕੀ ਸੀ, ਦੋਵੇਂ ਧਿਰਾਂ ਆਪੋ ਆਪਣੀ ਜ਼ਮੀਨ ਨੂੰ ਪਾਣੀ ਲਗਾਉਂਦੀਆਂ ਸਨ ਤੇ ਖੇਤਾਂ ਨੂੰ ਪਾਣੀ ਲਗਾਉਣ ਨੂੰ ਲੈ ਕੇ ਹੀ ਝਗੜਾ ਹੋਇਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਵਿਧਾਇਕ ਨੇ ਜ਼ਮੀਨ ਦੱਬਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਵੱਲੋਂ ਕੁੱਟਮਾਰ ਦੇ ਵੀ ਦੋਸ਼ ਲਗਾਏ ਗਏ। 13 ਜੂਨ 2011 ਨੂੰ ਵਿਧਾਇਕ ਦੀ ਸਾਲੀ ਤੇ ਸਾਡੂ ਵੱਲੋਂ ਕੇਸ ਦਰਜ ਕਰਵਾਇਆ ਗਿਆ। ਬੇਸ਼ੱਕ ਵਿਧਾਇਕ ਬਲਬੀਰ ਨੂੰ ਜ਼ਮਾਨਤ ਮਿਲ ਚੁੱਕੀ ਹੈ, ਪਰ ਮੁਸ਼ਕਲਾਂ ਅਜੇ ਵੀ ਖਤਮ ਨਹੀਂ ਹੋਈਆਂ। ਜੇ ਕੋਰਟ ਤੋਂ ਸਜ਼ਾ ਨੂੰ ਲੈ ਕੇ ਰਾਹਤ ਨਹੀਂ ਮਿਲਦੀ ਤਾਂ ਵਿਧਾਇਕੀ ਵੀ ਖਤਰੇ ਵਿੱਚ ਪੈ ਸਕਦੀ ਹੈ। ਰੋਪੜ ਤੋਂ ਅਵਤਾਰ ਕੰਬੋਜ, ਨਿਊਜ਼ 18 ਪੰਜਾਬ। ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੱਲ ਫਿਰ ਤੋਂ ਮੀਡੀਆ ਦੇ ਕੈਮਰਿਆਂ ਦੇ ਵਿੱਚ ਕੈਦ ਹੋਏ। ਸਿੱਧੂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦੇ ਗਏ ਸਨ ਜਿੱਥੇ ਉਹਨਾਂ ਦੇ ਮੈਡੀਕਲ ਟੈਸਟ ਹੋਏ ਨੇ। ਸ਼ੁੱਕਰਵਾਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਪਹੁੰਚੇ ਸਿੱਧੂ ਨੂੰ ਸੋਮਵਾਰ ਭਾਰੀ ਪੁਲਿਸ ਫੋਰਸ ਦੇ ਪਹਿਰੇ ਹੇਠ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ। ਕੋਰਟ ਦੇ ਹੁਕਮਾਂ ਤੇ ਸਿੱਧੂ ਦੇ ਮੈਡੀਕਲ ਟੈਸਟ ਕਰਵਾਏ ਗਏ। 3 ਡਾਕਟਰਾਂ ਦੇ ਬੋਰਡ ਨੇ ਸਿੱਧੂ ਦੇ ਟੈਸਟ ਕੀਤੇ। ਸਿੱਧੂ ਦੇ ਹਾਰਟ, ਲੀਵਰ ਤੇ ਬਲੱਡ ਦੇ ਕੁਝ ਟੈਸਟ ਕੀਤੇ ਗਏ ਨੇ, ਜਿਸ ਦੀ ਰਿਪੋਰਟ ਦੇ ਆਧਾਰ ਤੇ ਡਾਕਟਰ ਸਿੱਧੂ ਦੀ ਡਾਈਟ ਦੀ ਸਿਫਾਰਿਸ਼ ਕਰਨਗੇ। ਹਾਂਜੀ ਕੋਰਟ ਦੇ ਆਰਡਰ ਸੀਗੇ ਜੀ, ਉਹਨਾਂ ਦੇ ਕੁਝ ਟੈਸਟ ਹੋਣੇ ਸੀ ਤੇ ਕੁਝ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਬਿਮਾਰੀਆਂ ਨੇ ਉਹਨਾਂ ਦੇ ਟੈਸਟ ਤੇ ਉਹਨਾਂ ਨੂੰ ਡਾਈਟ ਰਿਕਮੈਂਡੇਸ਼ਨ ਕਰਨੀ ਸੀ। ਇਸ ਵੇਲੇ ਇਹਨਾਂ ਨੂੰ ਇੱਕ ਡੀਵੀਟੀ ਕਹਿੰਦੇ ਆ ਜੀ, ਡੀ ਵੈਨ ਥ੍ਰੋਮਬੋਸਿਸ, ਉਹਦੀ ਮੇਨ ਇਲਾਜ ਚੱਲ ਰਿਹਾ, ਜਿਹੜਾ ਦਵਾਈਆਂ ਵੀ ਤੇ ਉਹਦੇ ਨਾਲ ਦੀ ਉਹਨੂੰ ਜੋ ਡਾਈਟ ਰਿਕਮੈਂਡ ਆਲਰੇਡੀ ਕੀਤਾ ਹੋਇਆ ਡਾਕਟਰਸ ਨੇ ਉਹਦੇ ਨਾਲ ਬੇਸਿਕਲੀ ਰਿਲੇਟਡ ਹੈ। ਉਹ ਜਿਗਰ ਦੇ ਟੈਸਟ ਹੋਣੇ ਜੀ, ਦਿਲ ਦੇ ਟੈਸਟ ਹੋਣੇ ਨੇ, ਬਲੱਡ ਦੇ ਟੈਸਟ ਹੋਣੇ, ਯੂਰਿਨ ਦੇ ਟੈਸਟ ਹੋਣੇ। ਡਾਕਟਰਾਂ ਵੱਲੋਂ ਤਿਆਰ ਕੀਤੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇਗੀ ਅਤੇ ਫਿਰ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਿੱਧੂ ਨੂੰ ਜੇਲ੍ਹ ਦੇ ਅੰਦਰ ਮੈਡੀਕਲ ਤੇ ਡਾਈਟ ਦੀ ਸਹੂਲਤ ਮਿਲੇਗੀ। ਜੋ ਆਨਰੇਬਲ ਸੀਜੀਐਮ ਸਾਹਿਬ ਦਾ ਆਰਡਰ ਸੀਗਾ 21 ਤਰੀਕ ਦਾ, ਉਹਦੀ ਕੰਪਲਾਈਂਸ ਦੇ ਵਿੱਚ ਸਿੱਧੂ ਸਾਹਿਬ ਨੂੰ ਮੈਡੀਕਲ ਸੁਪਰਡੈਂਟ ਸਾਹਿਬ ਦੇ ਆਫਿਸ ਦੇ ਵਿੱਚ ਲੈ ਕੇ ਆਏ ਔਰ ਮੈਡੀਕਲ ਆਫਿਸਰ ਸੁਪਰਡੈਂਟ ਸਾਹਿਬ ਨੇ ਮੈਡੀਕਲ ਆਫਿਸਰ ਦੀ ਇੱਕ ਬੋਰਡ ਕਨਸਟੀਟਿਊਟ ਕਰਕੇ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ। ਜੋ ਫੈਸਲਾ ਡਾਕਟਰ ਸਾਹਿਬਾਨ ਨੇ ਕੀਤਾ ਹੈ ਉਹਦੇ ਮੁਤਾਬਕ ਉਹਨਾਂ ਨੂੰ ਰਾਈਟ ਵੀ ਦਿੱਤੀ ਜਾਏਗੀ। ਆਨਰੇਬਲ ਕੋਰਟ ਉਹਦਾ ਫੈਸਲਾ ਕਰੇਗੀ। ਸਿੱਧੂ ਪੁਲਿਸ ਦੀ ਬੱਸ ਵਿੱਚ ਬੈਠ ਕੇ ਰਜਿੰਦਰਾ ਹਸਪਤਾਲ ਪਹੁੰਚੇ। ਸਿੱਧੂ ਨੂੰ ਮਿਲਣ ਦੇ ਲਈ ਕਈ ਸਾਬਕਾ ਵਿਧਾਇਕ ਵੀ ਹਸਪਤਾਲ ਪਹੁੰਚੇ ਹੋਏ ਸਨ। ਹਰਦਿਆਲ ਕੰਬੋਜ, ਕਾਕਾ ਰਜਿੰਦਰ ਸਿੰਘ, ਨਾਜਰ ਸਿੰਘ ਮਾਨਸ਼ਈਆ। ਸਿੱਧੂ ਤੁਰਦੇ ਸਭ ਨੂੰ ਮਿਲੇ। ਕੋਈ ਸਿੱਧੂ ਦਾ ਹਾਲ ਚਾਲ ਪੁੱਛ ਰਿਹਾ ਸੀ ਤੇ ਕਿਸੇ ਦਾ ਸਿੱਧੂ ਹਾਲ ਚਾਲ ਜਾਣ ਰਹੇ ਸਨ। ਸਿੱਧੂ ਨੇ ਮੈਡੀਕਲ ਆਧਾਰ ਤੇ ਸਰੈਂਡਰ ਕਰਨ ਦੇ ਲਈ ਕੁਝ ਦਿਨ ਦੀ ਮੋਹਲਤ ਲੈਣ ਦੇ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ, ਪਰ ਉਹਨਾਂ ਨੂੰ ਰਾਹਤ ਨਹੀਂ ਮਿਲੀ, ਜਿਸ ਦੇ ਬਾਅਦ ਸਿੱਧੂ ਨੇ ਰੋਡ ਰੇਜ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ ਸਰੈਂਡਰ ਕਰ ਦਿੱਤਾ ਸੀ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18।
ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਛੇੜੀ ਮੁਹਿੰਮ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਤੇ 23 ਕਿਸਾਨ ਜਥੇਬੰਦੀਆਂ ਦੇ ਵਿਚਾਲੇ ਮੀਟਿੰਗ ਹੋਈ, ਜਿਸ ਵਿੱਚ ਆਬਾਦਕਾਰ ਕਿਸਾਨਾਂ ਦੇ ਮਸਲੇ ਨਿਬੇੜਨ ਦੇ ਲਈ ਇੱਕ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਹੋਇਆ। ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਸਰਕਾਰ ਦੀ ਮੁਹਿੰਮ ਜਾਰੀ ਰਹੇਗੀ। ਸਰਕਾਰ ਅਤੇ 23 ਕਿਸਾਨ ਜਥੇਬੰਦੀਆਂ ਦੇ ਵਿਚਾਲੇ ਹੋਈ ਮੀਟਿੰਗ ਦੇ ਵਿੱਚ ਇਸ ਗੱਲ ਤੇ ਸਹਿਮਤੀ ਬਣ ਗਈ, ਪਰ ਛੋਟੇ ਕਿਸਾਨਾਂ, ਮਜ਼ਦੂਰਾਂ ਜਾਂ ਫਿਰ ਆਬਾਦਕਾਰਾਂ ਦੇ ਕੇਸ ਵੱਖਰੇ ਤੌਰ ਤੇ ਵਿਚਾਰੇ ਜਾਣਗੇ। ਇਸ ਦੇ ਲਈ ਇੱਕ 9 ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਸਰਕਾਰ ਤੇ ਕਿਸਾਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਕਿ ਅਸੀਂ ਤੈਅ ਕੀਤਾ ਕਿ ਜਿਹੜੇ ਇਹ ਕਿਸਾਨ ਨੇ ਛੋਟੇ, ਜਿਨ੍ਹਾਂ ਨੇ ਜ਼ਮੀਨਾਂ ਵਾਹੀਯੋਗ ਬਣਾਈਆਂ, ਸਾਰਾ ਕੁਝ ਕੀਤਾ, ਉਹਨਾਂ ਦੇ ਭਵਿੱਖ ਬਾਰੇ ਇੱਕ ਵੱਖਰੀ ਰਣਨੀਤੀ ਜਿਹੜੀ ਤੈਅ ਕਰਾਂਗੇ। ਉਦੋਂ ਦੇ ਵਿੱਚ ਸਾਡੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਹੋਣਗੇ। ਇੱਕ ਅਸੀਂ 9 ਮੈਂਬਰੀ ਕਮੇਟੀ ਜਿਹੜੀ ਆ ਉਹਦੇ ਲਈ ਗਠਿਤ ਕਰਾਂਗੇ। ਸਾਡੇ ਅਧਿਕਾਰੀ ਹੋਣਗੇ ਤੇ ਕਿਸਾਨ ਲੀਡਰ ਹੋਣਗੇ। ਇਸ ਕਮੇਟੀ ਦੇ ਵਿੱਚ 5 ਮੈਂਬਰ ਕਿਸਾਨਾਂ ਦੇ ਹੋਣਗੇ ਅਤੇ ਇਹ ਕਮੇਟੀ ਮੁੱਖ ਰੂਪ ਦੇ ਵਿੱਚ ਇਹ ਤੈਅ ਕਰੇਗੀ ਕਿ ਸ਼ਾਮਲਾਟ ਜ਼ਮੀਨਾਂ ਦੇ ਵਿੱਚੋਂ ਕਿਹੜੀ ਜ਼ਮੀਨ ਸਰਕਾਰੀ ਹੈ ਅਤੇ ਕਿਹੜੀ ਜ਼ਮੀਨ ਕਿਸਾਨਾਂ ਦੇ ਹਿੱਸਿਆਂ ਵਿੱਚੋਂ ਕੱਟ ਕੇ ਬਣੀ ਹੈ। ਕਮੇਟੀ ਤੈਅ ਕਰੂਗੀ ਕਿ ਜੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ ਉਹਨਾਂ ਕਿਸਾਨਾਂ ਦਾ, ਉਹਨਾਂ ਗਰੀਬ ਕਿਸਾਨਾਂ ਦਾ ਜੇ ਮਸਲਾ ਹੱਲ ਹੋ ਗਿਆ ਤੇ ਬਿਲਕੁਲ ਸਹੀ ਆ, ਠੀਕ ਹੈ। ਜੇ ਨਾ ਹੋਇਆ ਤੇ ਅਸੀਂ ਇਹਨਾਂ ਗਰੀਬ ਲੋਕਾਂ ਦੇ ਲਈ, ਜਿਹੜੇ ਇੰਨੀ ਮਿਹਨਤ ਕਰਦੇ ਆ, ਉਹਨਾਂ ਗਰੀਬ ਲੋਕਾਂ ਲਈ ਇਹਨੂੰ ਜਿਹੜਾ ਆਪਾਂ ਵਿਧਾਨ ਸਭਾ 'ਚ ਵੀ ਖੜ ਸਕਦੇ ਹਾਂ, ਵਿਧਾਨ ਸਭਾ 'ਚ ਵੀ ਜਿਹੜਾ ਬਚਾ ਸਕਦੇ ਹਾਂ। ਇਸ ਕਮੇਟੀ ਦੀ ਪਹਿਲੀ ਮੀਟਿੰਗ ਇਸੇ ਹਫਤੇ ਹੋਵੇਗੀ, ਜਿਸ ਵਿੱਚ ਛੋਟੇ ਕਿਸਾਨਾਂ ਦੇ ਮਸਲੇ ਵਿਚਾਰੇ ਜਾਣਗੇ ਕਿ ਕਿਵੇਂ ਉਹਨਾਂ ਨੂੰ ਪੰਚਾਇਤੀ ਰਾਜ ਐਕਟ ਦੇ ਤਹਿਤ ਮਾਲਕਾਨਾ ਹੱਕ ਦਿੱਤੇ ਜਾ ਸਕਦੇ ਨੇ, ਤੇ ਜੇਕਰ ਕਮੇਟੀ ਇਹਨਾਂ ਮਸਲਿਆਂ ਦਾ ਕੋਈ ਹੱਲ ਨਾ ਕਰ ਸਕੀ ਤਾਂ ਫਿਰ ਵਿਧਾਨ ਸਭਾ ਦਾ ਇਜਲਾਸ ਵੀ ਬੁਲਾਇਆ ਜਾ ਸਕਦਾ ਹੈ। 9 ਮੈਂਬਰਾਂ ਦੀ ਕਮੇਟੀ ਹੋਏਗੀ, ਜਿਹਦੇ ਵਿੱਚ 5 ਅਸੀਂ ਕਿਸਾਨ ਆਗੂ ਤੇ ਨਾਲ ਸਾਡੇ ਲੀਗਲ ਐਡਵਾਈਜ਼ਰ 1-2 ਵਕੀਲ ਲਵਾਂਗੇ, ਤਾਂ ਕਿ ਕਿਸੇ ਥਾਂ ਦੇ ਉੱਤੇ ਵੀ ਕੋਈ ਸਾਡੇ ਕਿਸਾਨਾਂ ਨੂੰ ਮਾਰ ਨਾ ਪਵੇ। ਔਰ ਉਹ ਕਮੇਟੀ ਨੇ ਇਹੀ ਤੈਅ ਕਰਨਾ ਹੈ ਕਿ ਕਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਨੇ ਤੇ ਕਿਹੜੀਆਂ ਜ਼ਮੀਨਾਂ ਸਰਕਾਰੀ ਨੇ। ਤੇ ਜਦੋਂ ਸਰਕਾਰੀ ਤੇ ਕਿਸਾਨਾਂ ਵਾਲੀ ਜ਼ਮੀਨ ਨੂੰ ਕਮੇਟੀ ਨੇ ਸਾਫ਼ ਕਰ ਲਿਆ, ਉਸ ਤੋਂ ਬਾਅਦ ਫਿਰ ਮੇਰਾ ਖਿਆਲ ਹੈ ਇਹ ਕਲੀਅਰ ਹੋ ਜਾਂਦਾ ਕਿ ਕਿਸਾਨ ਕਿੰਨੀ ਜ਼ਮੀਨ ਤੇ ਕਾਬਜ਼ ਹੈ। ਉਹਦਾ ਫਿਰ ਕੋਈ ਸਵਾਲ ਹੀ ਨਹੀਂ ਰਹਿੰਦਾ। ਜਿਹੜੇ ਕਿਸਾਨ ਦਾ ਕਬਜ਼ਾ ਛਡਾਉਣਾ, ਉਹਦੀ ਇਹ ਕੈਟੇਗਰੀ ਤੈਅ ਕਰਨੀ ਹੈ ਉਸ ਕਮੇਟੀ ਨੇ ਕਿ ਇਹ ਕਿਸਾਨਾਂ ਦੀ ਵੰਡ ਵਾਲੀ ਜ਼ਮੀਨ ਹੈ, ਤਾਂ ਉਹਦੇ ਤੇ ਭਾਵੇਂ 5 ਏਕੜ ਦੇ ਉੱਤੇ ਕਿਸਾਨ ਮਾਲਕ ਹੈ, ਭਾਵੇਂ 6 ਏਕੜ ਦੇ ਉੱਤੇ ਖੇਤੀ ਕਰ ਰਿਹਾ, ਭਾਵੇਂ ਜੋ ਵੀ ਹੈ, ਉਹ ਸਾਰਿਆਂ ਦੀ ਖਾਤਰ ਅਸੀਂ ਲੜ ਰਹੇ ਹਾਂ ਤੇ ਲੜਾਂਗੇ।